ਆਸਾ ਪਹਿਲਾ ਪੂਤ ਪਛੈਰੀ ਮਾਈ। ਗੁਰ ਲਾਗੋ ਚੇਲੇ ਕੀ ਪਾਈ। एक अचंभो सुनो तुम भाई। देखत सिंह चरावत गाई। रहाओ जल की मछली तरवर बेआई। देखत कुतरा लह गई बिलाई। तलैरे बैसा ऊपर सूला। तिसकै पेड़ लगे फल फूला। घोरै चर भैंस चरामन जाई। बाहर बैल गोन घर आई। कहत कबीर जो इस पद बूझै। राम रमत तिस सब किछ सूझै। 22 चौपदे तथा पंचपदे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਜਿਉਂ-ਜਿਉਂ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਇਹ ਵਿਚਾਰ ਬੜੇ ਅੰਤਰੀਵ ਭਾਵਾਂ ਨਾਲ ਓਤ-ਪੋਤ। ਸਾਨੂੰ ਸੁਭਾਅ ਪੈ ਗਿਆ ਕਿ ਅਸੀਂ ਬਹੁਤੀ ਡੂੰਘਾਈ ਵਿੱਚ ਜਾਣ ਦਾ ਯਤਨ ਨਹੀਂ ਕਰਦੇ ਤੇ ਅਸੀਂ ਫਿਰ ਹੈਰਾਨ ਹੋ ਜਾਂਦੇ ਹਾਂ ਜਾਂ ਭਗਤ ਬਾਣੀ ਦੇ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ। ਪਰ ਨਹੀਂ, ਹਰ ਮਹਾਂਪੁਰਖ ਦੀ ਆਪਣੀ ਆਪਣੀ ਅਵਸਥਾ ਹੈ। ਹਰ ਮਹਾਂਪੁਰਖ ਦੇ ਸਮਝਾਉਣ ਦਾ ਆਪਣਾ ਆਪਣਾ ਤਰੀਕਾ ਹੈ। ਮੈਂ ਸਦਾ ਹੀ ਬੇਨਤੀ ਕਰਦਾ ਕਿ ਸਾਨੂੰ ਅੰਬ ਖਾਣੇ ਚਾਹੀਦੇ ਨੇ, ਬੂਟੇ ਨਹੀਂ ਗਣਨੇ ਚਾਹੀਦੇ। ਹਾਂ, ਇਹ ਠੀਕ ਹੈ ਕਿ ਜਿਸ ਤਰ੍ਹਾਂ ਦੇ ਪ੍ਰਮਾਣ ਦੇ ਕੇ, ਪ੍ਰਤੀਕ ਦੇ ਕੇ ਭਗਤ ਜੀ ਨੇ ਸਮਝਾਉਣ ਦਾ ਯਤਨ ਕੀਤਾ, ਉਹਨੂੰ ਸਮਝਣ ਵਾਸਤੇ ਸਾਡੇ ਅੰਦਰ ਜਿਗਿਆਸਾ ਹੋਣੀ ਚਾਹੀਦੀ। ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਤੇ ਅਖੀਰਲੀ ਪੰਕਤੀ ਵਿੱਚ ਬੜਾ ਸਪਸ਼ਟ ਕੀਤਾ। ਪਹਿਲਾਂ ਭਗਤ ਜੀ ਕਹਿੰਦੇ ਨੇ, ਏਕ ਅਚੰਭੋ ਸੁਣੋ ਤੁਮ ਭਾਈ। ਹੇ ਭਾਈ, ਹੇ ਮੇਰੇ ਭਰਾਵੋ, ਹੇ ਸਤਸੰਗੀਓ, ਇੱਕ ਬੜੇ ਅਚੰਭੇ ਦੀ ਗੱਲ ਸੁਣੋ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਸੱਚਮੁੱਚ ਜਿਹੜੀ ਗੱਲ ਦੀ ਆਸ ਉਮੀਦ ਨਾ ਹੋਵੇ, ਉਹ ਹੋ ਜਾਏ ਤੇ ਫਿਰ ਅਸੀਂ ਕਹਿੰਦੇ ਬੜਾ ਅਚੰਭਾ ਹੋਇਆ। एक अचंभो सुनो तुम भाई। देखत सिंह चरावत गाई। ਇਹ ਗੱਲਾਂ ਸੁਣ ਕੇ ਪੜ੍ਹ ਕੇ ਸਾਨੂੰ ਬੜਾ ਅਚੰਭਾ ਵੀ ਹੁੰਦਾ ਵੀ ਭਗਤ ਜੀ ਕੀ ਕਹਿ ਰਹੇ ਹਨ। ਸ਼ੇਰ ਗਊਆਂ ਨੂੰ ਕਿਵੇਂ ਚਗਾ ਸਕਦਾ? ਪਰ ਨਾਲ ਹੀ ਭਗਤ ਜੀ ਨੇ ਇੱਕ ਗੱਲ ਕਹੀ ਹੈ ਅਖੀਰਲੇ ਪਦ ਵਿੱਚ, ਕਹਿਤ ਕਬੀਰ ਜੋ ਇਸ ਪਦ ਬੂਝੈ। ਰਾਮ ਰਮਤ ਤਿਸ ਸਭ ਕਿਛ ਸੂਝੈ। ਕਬੀਰ ਜੀ ਕਹਿੰਦੇ ਨੇ ਇਸ ਪਦ, ਇਸ ਅਵਸਥਾ ਨੂੰ ਕੋਈ ਵਿਰਲਾ ਬੁੱਝ ਸਕਦਾ। ਤੇ ਕੌਣ ਬੁੱਝਦਾ? ਜਿਹੜਾ ਰਾਮ ਰਮਤ, ਜਿਹੜਾ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ। ਸਿਮਰਨ ਕਰਨ ਦੇ ਨਾਲ ਹਿਰਦਾ ਨਿਰਮਲ ਹੋ ਜਾਂਦਾ। ਸਿਮਰਨ ਕਰਨ ਦੇ ਨਾਲ ਬੰਦੇ ਦੇ ਅੰਦਰ ਵਿਵੇਕ ਬੁੱਧੀ ਜਾਗ ਪੈਂਦੀ ਔਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ। ਕਹਿਤ ਕਬੀਰ ਜੋ ਇਸ ਪਦ ਬੂਝੈ। ਹੁਣ ਇਹ ਜਿਹੜਾ ਜੱਜੇ ਨੂੰ ਜੋ ਅੰਕੜ ਹੈ, ਇਹਨੂੰ ਜੋ ਹੋੜੇ ਵਾਲਾ ਨਹੀਂ ਬਣਾਉਣਾ, ਇਹਨੂੰ ਔਂਕੜ ਵਾਲਾ ਹੀ ਰੱਖਣਾ। ਇਹ ਪਾਠ ਦੇ ਉਚਾਰਨ ਦੀ ਗੱਲ ਹੈ। ਕਹਿਤ ਕਬੀਰ ਜੋ ਇਸ ਪਦ ਬੂਝੈ। ਜਿਹੜਾ ਵਡਭਾਗੀ ਮਨੁੱਖ ਇਸ ਅਵਸਥਾ ਨੂੰ ਜਾਣ ਲਵੇ, ਪਰ ਕਦੋਂ ਜਾਣੇਗਾ? ਰਾਮ ਰਮਤ ਤਿਸ ਸਭ ਕਿਛ ਸੂਝੈ।
ਉਹ ਰਾਮ ਦੇ ਨਾਮ ਨੂੰ ਰਮਤ ਸਿਮਰਨ ਕਰੇਗਾ, ਯਾਦ ਕਰੇਗਾ, ਔਰ ਉਸ ਨੂੰ ਇਹ ਸਾਰੀਆਂ ਗੱਲਾਂ ਦੀ ਸੋਝੀ ਆ ਜਾਏ। ਜਦੋਂ ਤੀਕ ਉਹ ਸਿਮਰਨ ਨਹੀਂ ਕਰਦਾ, ਉਹ ਕਿੰਤੂ ਪਰੰਤੂ ਹੀ ਕਰਦਾ ਰਹੇਗਾ, ਜੀ ਇਹ ਕਿਵੇਂ ਹੋ ਸਕਦਾ, ਜੀ ਇਹ ਕਿਵੇਂ ਹੋ ਸਕਦਾ। ਨਹੀਂ ਨਹੀਂ, ਭਗਤ ਜੀ ਨੇ ਇੱਕ ਕੰਡੀਸ਼ਨ, ਸ਼ਰਤ ਲਾ ਦਿੱਤੀ। ਦੇਖੋ, ਇੱਕ ਬੰਦਾ ਅਨਪੜ੍ਹ ਹੈ, ਇੱਕ ਪੜ੍ਹਿਆ ਲਿਖਿਆ। ਜਿਹੜਾ ਉਸ ਵਿੱਦਿਆ ਨੂੰ ਜਾਣਦਾ ਹੈ, ਜਿਹੜਾ ਉਸ ਵਿੱਦਿਆ ਦੀ ਗਹਿਰਾਈ ਤੱਕ ਜਾਂਦਾ, ਉਹਨੂੰ ਤੇ ਫਟ ਸਮਝ ਆ ਜਾਏ। ਜਿਹੜਾ ਸਤਸੰਗੀ ਪੁਰਸ਼ ਹੈ, ਉਹਨੂੰ ਇਹ ਸਾਰੀਆਂ ਗੱਲਾਂ ਸਮਝਣ ਲੱਗਦਿਆਂ ਦੇਰ ਨਹੀਂ ਲੱਗਦੀ। ਪਰ ਜਿਹੜਾ ਵਿਚਾਰਾ ਕਦੇ ਸਤਸੰਗ ਦੇ ਨੇੜਿਓਂ ਨਹੀਂ ਲੰਘਿਆ, ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਤਾਂ ਬਿਲਕੁਲ ਅਣਜਾਣ ਹੈ। ਇਸ ਲਈ ਭਗਤ ਜੀ ਕਹਿੰਦੇ ਨੇ, ਹੇ ਮੇਰੇ ਭਰਾਵੋ, ਏਕ ਅਚੰਭੋ ਸੁਣੋ ਤੁਮ ਭਾਈ। ਹੇ ਮੇਰੇ ਭਰਾਵੋ ਸੁਣੋ, ਦੇਖਤ ਸਿੰਘ ਚਰਾਵਤ ਗਾਈ। ਹੁਣ ਜਿਹੜਾ ਸਿੰਘ ਹੈ, ਇਹਦੇ ਅਰਥ ਸ਼ੇਰ ਹਨ। ਸ਼ੇਰ ਕੌਣ ਹੁੰਦਾ? ਸ਼ੇਰ ਦਾ ਸੁਭਾਅ ਕਿਹੋ ਜਿਹਾ? ਜਿਹੜਾ ਨਿਰਭੈ ਅਸਲੇ ਵਾਲਾ ਜੀਵ ਹੈ। ਭਾਵ ਜਦੋਂ ਇਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਸੀ ਪਿਆ, ਇਹ ਨਿਰਭੈ ਸੀ, ਕਿਉਂਕਿ ਪਰਮਾਤਮਾ ਵੀ ਨਿਰਭਉ ਹੈ, ਇਹ ਵੀ ਨਿਰਭਉ ਸੀ। ਪਰ ਹੁਣ ਕੀ ਹੋਇਆ? ਜਦੋਂ ਇਹਦੇ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ, ਇਹ ਮਾਇਆ ਦੇ ਅਧੀਨ ਹੋ ਕੇ ਵਾਸ਼ਨਾਵਾਂ ਰੂਪੀ ਗਊਆਂ ਨੂੰ ਚੁਗਾਉਂਦਾ ਫਿਰਦਾ। ਅਸਲਾ ਇਹਦਾ ਪਰਮਾਤਮਾ ਦੀ ਅੰਸ਼ ਹੈ। ਜਿਵੇਂ ਭਗਤ ਜੀ ਕਹਿੰਦੇ, ਕਹੋ ਕਬੀਰ ਤੂੰ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨ ਮੰਸ। ਗੁਰੂ ਪਾਤਸ਼ਾਹ ਵੀ ਫਰਮਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੈਂ ਇਹਨੂੰ ਹੋਰ ਸਰਲ ਤੇ ਸੌਖਾ ਕਰਦਾ। ਜਿਵੇਂ ਕਿਸੇ ਚੰਗੇ ਨੇਕ ਖਾਨਦਾਨ ਦਾ ਕੋਈ ਬੱਚਾ ਹੋਵੇ, ਭੈੜੀ ਸੰਗਤ ਵਿੱਚ ਪੈ ਜਾਏ ਤੇ ਭੈੜੇ ਕੰਮ ਕਰਨ ਲੱਗ ਪਵੇ, ਤੇ ਜਿਹੜੇ ਬੰਦੇ ਉਸ ਬੱਚੇ ਦੇ ਪਰਿਵਾਰ ਨੂੰ, ਪਿਛੋਕੜ ਨੂੰ, ਵੱਡ ਵਡੇਰਿਆਂ ਨੂੰ ਜਾਣਦੇ ਨੇ, ਉਹ ਕਹਿ ਦਿੰਦੇ ਨੇ, ਭਾਈ ਤੂੰ ਸੋਚਦਾ ਸਹੀ, ਤੇਰਾ ਖਾਨਦਾਨ ਕਿਹੋ ਜਿਹਾ, ਤੇਰੇ ਵੱਡ ਵਡੇਰੇ ਕਿਹੋ ਜਿਹੇ ਸਨ, ਤੇ ਤੂੰ ਕੀ ਕੰਮ ਕਰ ਰਹੇ। ਸੱਚਮੁੱਚ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਇਹ ਬੜੀ ਅਚੰਭੇ ਦੀ ਗੱਲ ਹੈ ਕਿ ਉਹ ਜੀਵ ਜਿਹੜਾ ਪਰਮਾਤਮਾ ਦੀ ਅੰਸ਼ ਸੀ, ਅੱਜ ਉਹ ਵਾਸ਼ਨਾਵਾਂ ਦੇ ਅਧੀਨ ਹੋ ਗਏ। ਜਿੰਨੀ ਵਿਚਾਰ ਕਰਾਂਗੇ, ਹੌਲੀ ਹੌਲੀ ਗੱਲ ਸਮਝ ਆਵੇ। ਜਦੋਂ ਆਪਣੇ ਅੰਦਰ ਝਾਤ ਮਾਰਾਂਗੇ, ਫਿਰ ਹੋਰ ਸਮਝ ਆ ਜਾਏ। ਜਦੋਂ ਬੱਚਾ ਛੋਟਾ ਹੁੰਦਾ ਹੈ, ਤੇ ਆਮ ਤੌਰ 'ਤੇ ਸਾਡੇ ਬਜ਼ੁਰਗ ਕਹਿੰਦੇ ਨੇ, ਜੀ ਇਹ ਤਾਂ ਰੱਬ ਦਾ ਰੂਪ ਹੈ। ਜ਼ਰਾ ਸੋਚ ਕੇ ਵੇਖੋ ਕਿ ਰੱਬ ਦਾ ਰੂਪ ਕਿਵੇਂ ਹੈ, ਕਿਉਂਕਿ ਇਹਦੇ ਵਿੱਚ ਦੁਨਿਆਵੀ ਵਾਸ਼ਨਾਵਾਂ ਦੀ ਅਣਹੋਂਦ ਹੈ। ਇਸ ਲਈ ਬੱਚੇ ਮੰਨ ਕੇ ਸੱਚੇ, ਕਦੇ ਝੂਠ ਨਹੀਂ ਬੋਲਦੇ, ਕਦੇ ਕਿਸੇ ਨਾਲ ਈਰਖਾ ਨਹੀਂ ਕਰਦੇ, ਕਦੇ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ, ਸਭ ਨਾਲ ਪਿਆਰ ਕਰਦੇ। ਇਹੀ ਗੁਣ ਰੱਬ ਵਿੱਚ ਨੇ, ਇਹੀ ਬੱਚੇ ਵਿੱਚ ਨੇ। ਪਰ ਹੌਲੀ ਹੌਲੀ ਉਹੀ ਬੱਚਾ ਫਿਰ ਵੱਡਿਆਂ ਦੇ ਪ੍ਰਭਾਵ ਥੱਲੇ ਆ ਕੇ, ਨਹੀਂ ਭਾਈ ਇਹਦੇ ਨਾਲ ਨਹੀਂ ਬੋਲਣਾ, ਇਹ ਸਾਡਾ ਦੁਸ਼ਮਣ ਹੈ, ਇਹਦੇ ਘਰ ਨਹੀਂ ਜਾਣਾ, ਹੌਲੀ ਹੌਲੀ ਉਹਨਾਂ ਦੇ ਪ੍ਰਭਾਵ ਥੱਲੇ ਆ ਜਾਂਦਾ। ਤੋ ਭਗਤ ਜੀ ਕਹਿੰਦੇ ਨੇ, ਬੜੀ ਹੈਰਾਨ ਕੁੰਨ ਗੱਲ ਹੈ ਕਿ ਜਿਹੜਾ ਅਸਲ ਵਿੱਚ ਤਾਂ ਸ਼ੇਰ ਸੀ, ਉਸ ਨਿਰਭਉ ਪਰਮਾਤਮਾ ਦੀ ਅੰਸ਼ ਸੀ, ਤੇ ਹੁਣ ਇਹ ਵਾਸ਼ਨਾਵਾਂ ਦੇ ਅਧੀਨ ਹੋ ਕੇ ਆਪਣਾ ਸਾਰਾ ਕੁਝ ਗੁਆ ਬੈਠਾ। ਤੋ ਭਗਤ ਜੀ ਕਹਿੰਦੇ ਨੇ, ਏਕ ਅਚੰਭੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਉਹ ਜੀਵ ਜਿਹੜਾ ਪਰਮਾਤਮਾ ਦੀ ਅੰਸ਼ ਹੋਣ ਕਰਕੇ
ਸ਼ੇਰ ਵਰਗਾ ਸੁਭਾਅ ਰੱਖਦਾ ਸੀ, ਨਿਰਭੈ ਸੀਗਾ। ਹੁਣ ਇਹ ਵਾਸ਼ਨਾਵਾਂ ਦੇ ਅਧੀਨ ਹੋ ਗਏ ਤਥਾ ਵਾਸ਼ਨਾਵਾਂ ਰੂਪੀ ਗਊਆਂ ਨੂੰ ਚੁਗਾਉਂਦਾ ਫਿਰਦਾ, ਉਹਨਾਂ ਨੂੰ ਖੁਸ਼ ਕਰਦਾ ਫਿਰਦਾ, ਉਹਨਾਂ ਦੇ ਪਿੱਛੇ ਲੱਗ ਗਏ। ਪਹਿਲਾ ਪੂਤ ਬਛੈਰੀ ਮਾਈ ਆਖਿਆ, ਪਹਿਲਾ ਪੂਤ। ਹੁਣ ਪੂਤ ਦੇ ਅਖਰੀ ਅਰਥ ਪੁੱਤਰ ਵੀ ਕਹੇ ਜਾਂਦੇ, ਪਰ ਪੂਤ ਪਵਿੱਤਰ ਨੂੰ ਵੀ ਕਹਿੰਦੇ। ਪਹਿਲਾਂ ਇਹ ਜੀਵ ਬਿਲਕੁਲ ਨਿਰਮਲ ਸੀ, ਇਹਦੇ ਵਿੱਚ ਕੋਈ ਵਿਕਾਰ ਨਹੀਂ ਸੀ। ਬਛੈਰੀ ਮਾਈ, ਫਿਰ ਪਿੱਛੋਂ ਇਹ ਮਾਇਆ ਦੇ ਅਸਰ ਥੱਲੇ ਹੋ ਗਈ। ਹੁਣ ਇਹਦੀ ਬਿਰਤੀ ਮਾਇਆਵੀ ਬਣ ਗਈ, ਮਾਇਆ ਵਾਲੀ ਬਣ ਗਈ। ਮੈਂ ਜਿਵੇਂ ਬੱਚੇ ਦੀ ਮਿਸਾਲ ਦਿੱਤੀ ਕਿ ਬੱਚੇ ਮੰਨ ਕੇ ਸੱਚੇ ਹੁੰਦੇ ਨੇ, ਗੁਰੂ ਮਹਾਰਾਜ ਤੇ ਅਰਦਾਸ ਵੀ ਕਰਦੇ ਨੇ, ਕਹਿੰਦੇ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਹੈ ਭਗਤ ਗੋਬਿੰਦ ਕਾ, ਰਾਖੋ ਪੈ ਤੁਮਾਰੀ। ਆਖਿਆ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਉਹੀ ਅਵਸਥਾ ਵਾਪਸ ਕਰ ਦੇ। ਗਈ ਬਹੋੜ ਬੰਦੀ ਛੋੜ, ਹੇ ਵਾਹਿਗੁਰੂ ਇਹ ਮਾਇਆ ਦੀ ਬੰਦੀ ਮੇਰੇ ਗਲੋਂ ਲਾਹ। ਪਹਿਲਾਂ ਪੂਤ, ਪਹਿਲਾਂ ਇਹ ਬਿਲਕੁਲ ਪਵਿੱਤਰ ਸੀ, ਨਿਰਮਲ ਸੀ, ਇਹਦੇ ਅੰਦਰ ਕੋਈ ਵਿਕਾਰ ਹੈ ਹੀ ਨਹੀਂ ਸੀ। ਇਹਨੂੰ ਸਾਰੇ ਕਹਿੰਦੇ ਸਨ ਇਹ ਰੱਬ ਦਾ ਰੂਪ ਹੈ, ਪਰ ਪਿੱਛੋਂ ਆ ਕੇ ਇਹਦੇ ਤੇ ਮਾਇਆ ਦਾ ਅਸਰ ਹੋ ਗਿਆ। ਪਹਿਲਾ ਪੂਤ ਬਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਹੁਣ ਇਹ ਜਿਹੜਾ ਮਨ ਰੂਪੀ ਚੇਲਾ ਸੀ, ਇਹਦੇ ਪੈਰੀਂ ਪੈਣ ਲੱਗੇ। ਗੁਰ ਦਾ ਮਤਲਬ ਹੈ ਵੱਡਾ। ਜਿਹੜਾ ਜੀਵ ਪਵਿੱਤਰ ਸੀ, ਅਸਲ ਵੱਡੇ ਅਸਲੇ ਵਾਲਾ ਸੀ, ਜਿਹੜਾ ਪਰਮਾਤਮਾ ਦੀ ਅੰਸ਼ ਸੀ, ਹੁਣ ਇਹਦਾ ਸੁਭਾਅ ਬਦਲ ਗਿਆ। ਪਹਿਲਾਂ ਤੇ ਪਵਿੱਤਰ ਸੀ, ਜਦੋਂ ਇਹਨੂੰ ਮਾਇਆ ਦੀ ਸੰਗਤ ਮਿਲੀ ਇਹ ਫਿਰ ਮੈਲਾ ਹੋ ਗਿਆ। ਵੱਡਾ ਹੁੰਦਿਆਂ ਹੋਇਆਂ ਮਨ ਰੂਪੀ ਚੇਲੇ ਦੇ ਪਿੱਛੇ ਚੱਲ ਪਿਆ। ਆਮ ਬੰਦੇ ਤੁਸੀਂ ਦੇਖੋਗੇ ਕਹਿੰਦੇ ਜੀ ਮੇਰਾ ਮਨ ਨਹੀਂ ਮੰਨਦਾ, ਜੋ ਮੇਰਾ ਮਨ ਕਹੇਗਾ ਮੈਂ ਕਰਾਂਗਾ। ਇਸੇ ਲਈ ਗੁਰਬਾਣੀ 'ਚ ਲਿਖਿਆ ਕਿ ਦੋ ਤਰ੍ਹਾਂ ਦੇ ਲੋਕ ਹਨ, ਇੱਕ ਗੁਰਮੁਖ ਹਨ, ਇੱਕ ਮਨਮੁਖ ਹਨ। ਜਿਹੜੇ ਗੁਰਮੁਖ ਹਨ ਉਹ ਤੇ ਕਹਿੰਦੇ ਅਸੀਂ ਤੇ ਗੁਰੂ ਦੇ ਕਹੇ ਅਨੁਸਾਰ ਚੱਲਾਂਗੇ, ਤੇ ਜਿਹੜੇ ਮਨਮੁਖ ਨੇ ਉਹ ਕਹਿੰਦੇ ਨੇ ਅਸੀਂ ਤਾਂ ਮਨ ਦੀ ਗੱਲ ਕਰਾਂਗੇ। ਲਓ ਹੁਣ ਇਹਦੇ 'ਚ ਕੀ ਸ਼ੱਕ ਰਹਿ ਗਿਆ ਕਿ ਇਹ ਵੱਡਾ ਪਵਿੱਤਰ ਅਸਲੇ ਵਾਲਾ ਜੀਵ ਮਨ ਰੂਪੀ ਚੇਲੇ ਦੇ ਚਰਨੀ ਲੱਗੇ। ਪਹਿਲਾਂ ਪੂਤ ਪਛੈਰੀ ਮਾਈ, ਪਹਿਲਾਂ ਇਹ ਬਿਲਕੁਲ ਪਵਿੱਤਰ ਸੀ, ਨਿਰਮਲ ਸੀ, ਇਹਦੇ ਵਿੱਚ ਕੋਈ ਮੈਲ, ਕੋਈ ਵਿਕਾਰ, ਕੋਈ ਈਰਖਾ, ਕੋਈ ਦਵੈਖ ਹੈ ਹੀ ਨਹੀਂ ਸੀ। ਜਦੋਂ ਇਹਨੂੰ ਮਾਇਆ ਦੀ ਛੋਪ ਲੱਗੀ ਹੁਣ ਇਹ ਮੈਲਾ ਹੋ ਗਈ, ਹੁਣ ਇਹਦੀਆਂ ਸੋਚਣੀਆਂ ਬਦਲ ਗਈਆਂ। ਪਹਿਲਾਂ ਪੂਤ ਪਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਹੁਣ ਉਹ ਜੀਵ ਜੋ ਪਵਿੱਤਰ ਆਤਮਾ, ਉਹ ਹੁਣ ਮਨ ਰੂਪੀ ਚੇਲੇ ਦੇ ਅਧੀਨ ਹੋ ਗਿਆ, ਉਹਦੇ ਪੈਰੀਂ ਲੱਗੇ। ਏਕ ਅਚੰਭੋ ਸੁਣੋ ਤੁਮ ਪਾਈ। ਹੇ ਭਾਈ ਇਹ ਬੜੇ ਅਚੰਭੇ ਦੀ ਗੱਲ ਹੈ। ਦੇਖਤ ਸਿੰਘ ਚਰਾਵਤ ਗਾਈ। ਉਹ ਜੀਵ ਜੋ ਨਿਰਭੈ ਅਸਲੇ ਦਾ ਮਾਲਕ ਸੀ, ਹੁਣ ਉਹ ਇਹਨਾਂ ਵਾਸ਼ਨਾਵਾਂ ਰੂਪੀ ਗਊਆਂ ਨੂੰ ਚੁਗਾਉਣ ਲੱਗ ਪਏ। ਰਹਾਓ ਜਲ ਕੀ ਮਛਲੀ ਤਰਵਰ ਬਿਆਈ। ਆਖਿਆ ਇਉਂ ਸਮਝੋ ਜਿਵੇਂ ਪਾਣੀ ਵਿੱਚ ਰਹਿਣ ਵਾਲੀ ਮੱਛੀ ਤਰਵਰ ਬਿਆਈ, ਤਰਵਰ ਦੇ ਰਾਰੇ ਨੂੰ ਸਿਹਾਰੀ ਹੈ, ਦਰਖਤ ਉੱਤੇ ਸੂ ਗਈ ਹੈ। ਇਹ ਸ਼ਬਦ ਬਿਆਈ ਜਿਹੜਾ ਇਹ ਸਾਡੇ ਹਰਿਆਣੇ ਵਿੱਚ ਤੇ ਆਮ ਅੰਬਾਲੇ ਜ਼ਿਲ੍ਹੇ ਵਿੱਚ ਥੋੜ੍ਹਾ ਹੋਰ ਅੱਗੇ ਜਾਓ ਤੇ ਵਰਤਿਆ ਜਾਂਦਾ। ਸੂਣਾ, ਬਰਸੂਤ ਹੋਣਾ, ਡਿਲੀਵਰੀ ਹੋਣੀ, ਇਹਨੂੰ ਬਿਆਈ ਕਹਿੰਦੇ ਨੇ। ਮਾਰੇ ਅੱਜ ਮੈਸ ਬਿਆਈ ਹੈ, ਮਾਰੇ ਗਊ ਬਿਆਈ ਹੈ। ਕਹਿੰਦੇ ਐਡੀ ਵੱਡੀ ਤਬਦੀਲੀ ਆ ਗਈ
ਕਿ ਉਹ ਜੀਵ ਆਤਮਾ ਜਿਹੜੀ ਸਤ ਸੰਗ ਵਿੱਚ ਰਹਿਣ ਵਾਲੀ ਸੀ, ਉਹ ਹੁਣ ਤਰਵਰ ਬਿਆਈ, ਦਰਖਤ ਉੱਤੇ ਸੂ ਪਈ। ਇਹ ਐਡੀ ਵੱਡੀ ਤਬਦੀਲੀ ਆ ਗਈ ਹੈ। ਬੜੀ ਅਚੰਭੇ ਦੀ ਗੱਲ ਹੈ। ਤੁਸੀਂ ਆਖੋਗੇ ਕਿਵੇਂ ਸਮਝ ਆ? ਭਾਈ ਜਿਹਦੀ ਕੱਲ੍ਹ ਸੋਚ ਨਿਰਮਲ ਸੀ, ਅੱਜ ਮੈਲੀ ਹੋ ਗਈ। ਇੰਨੀ ਤਬਦੀਲੀ ਆ ਗਈ, ਮਾਨੋ ਜਿਹੜੀ ਮਛਲੀ ਪਾਣੀ ਵਿੱਚ ਰਹਿਣ ਵਾਲੀ ਸੀ, ਸਤ ਸੰਗ ਕਰਨ ਵਾਲੀ ਸੀ, ਉਹ ਹੁਣ ਵਾਸ਼ਨਾਵਾਂ ਦੇ ਅਧੀਨ ਹੋ ਕੇ ਮਾਨੋ ਦਰਖਤ ਉੱਤੇ ਜਾ ਕੇ ਸੂ ਗਈ। ਸੰਸਾਰ ਰੂਪੀ ਦਰਖਤ ਉੱਤੇ ਜਾ ਕੇ ਨੇ ਵਸੇਬਾ ਕਰ ਲਿਆ। ਭਾਵੇਂ ਜਿਹੜਾ ਦਰਖਤ ਦਾ ਵਸੇਬਾ ਹੁੰਦਾ ਉਹ ਬੜੇ ਟੈਂਪਰੇਰੀ ਟਾਈਮ ਲਈ, ਜਿਵੇਂ ਪੰਛੀ ਹੁੰਦੇ ਨੇ। ਸੱਚਮੁੱਚ ਐਡੀ ਵੱਡੀ ਤਬਦੀਲੀ ਆ ਗਈ। ਤੇ ਦੇਖਤ ਕੁਤਰਾ ਲੈ ਗਈ ਬਲਾਈ। ਹੁਣ ਕੁਤਰੇ ਦਾ ਮਤਲਬ ਕੁੱਤਾ ਹੈ। ਕੁੱਤੇ ਦਾ ਸੁਭਾਅ ਸੰਤੋਖੀ ਹੁੰਦਾ। ਤੁਸੀਂ ਦੇਖ ਲਓ, ਬਾਣੀ ਵਿੱਚ ਵੀ ਲਿਖਿਆ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਚ ਨਹੀਂ ਨਿਤ। ਕੁੱਤਾ ਆਪਣੇ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ। ਜੇ ਮਾਲਕ ਰੋਟੀ ਪਾ ਦੇਵੇ, ਜੇ ਮਾਲਕ ਪਿਆਰ ਕਰ ਲਵੇ, ਪਰਵਾਹ ਨਹੀਂ, ਫਿਰ ਵੀ ਦਰਵਾਜ਼ਾ ਛੱਡ ਕੇ। ਕਹਿੰਦੇ ਇਸੇ ਤਰ੍ਹਾਂ ਪਹਿਲਾਂ ਇਹਦਾ ਸੁਭਾਅ ਸੀ ਸੰਤੋਖ ਵਾਲਾ, ਪਰ ਹੁਣ ਬਿੱਲੀ ਰੂਪੀ ਤ੍ਰਿਸ਼ਨਾ ਜਾਂ ਤ੍ਰਿਸ਼ਨਾ ਰੂਪੀ ਬਿੱਲੀ ਇਸ ਸੰਤੋਖ ਨੂੰ ਆਪਣੇ ਕਬਜ਼ੇ ਵਿੱਚ ਕਰ ਬੈਠੀ। ਦੇਖੋ, ਇਹ ਸੁਭਾਵਾਂ ਦੀ ਤਬਦੀਲੀ ਹੈ। ਪਹਿਲਾਂ ਇਹਦਾ ਸੁਭਾਅ ਸੰਤੋਖ ਵਾਲਾ ਸੀ, ਹੁਣ ਇਹ ਤ੍ਰਿਸ਼ਨਾਲੂ ਹੋ ਗਈ। ਕੁੱਤਾ ਬੜੇ ਸੰਤੋਖ ਨਾਲ, ਧੀਰਜ ਨਾਲ ਮਾਲਕ ਦੇ ਦਰ ਤੇ ਬੈਠਾ, ਪਰ ਬਿੱਲੀ, ਹੁਣ ਤੁਹਾਨੂੰ ਫਟ ਸਮਝ ਆ ਜਾਏ, ਬਿੱਲੀ ਦੀ ਨਜ਼ਰ ਤੇ ਹੁੰਦੀ ਹੈ ਕਿ ਮੈਨੂੰ ਕੁਝ ਕਬਜ਼ੇ ਵਿੱਚ ਆਵੇ, ਕੋਈ ਖਾਣ ਨੂੰ ਮਿਲੇ। ਅਗਲੇ ਦਾ ਭਾਵੇਂ ਨੁਕਸਾਨ ਹੋ ਜਾਏ, ਭਾਵੇਂ ਕੁਝ ਹੋ ਜਾਏ। ਇਸੇ ਤਰ੍ਹਾਂ ਜਿਹੜਾ ਤ੍ਰਿਸ਼ਨਾਲੂ ਬੰਦਾ ਹੈ ਨਾ, ਉਹਦੀ ਵੀ ਇਹੋ ਜਿਹੀ ਬਿਤਨੀ। ਜਲ ਕੀ ਮਛਲੀ ਤਰਵਰ ਬਿਆਈ, ਦੇਖਤ ਕੁਤਰਾ ਲੈ ਗਈ ਬਿਲਾਈ। ਸੁਭਾਅ ਹੀ ਬਦਲ ਗਿਆ। ਉਹੀ ਬੰਦਾ ਜਿਹੜਾ ਸੰਤੋਖੀ ਸੀ, ਹੁਣ ਉਹ ਲਾਲਚੀ ਹੋ ਗਿਆ। ਉਹ ਤ੍ਰਿਸ਼ਨਾ ਰੂਪੀ ਬਿੱਲੀ ਦੇ ਅਸਰ ਥੱਲੇ ਆ ਗਿਆ। ਤਲੈ ਰੇ ਬੈਸਾ ਉਪਰ ਸੂਲਾ, ਤਿਸ ਕੈ ਪੇੜ ਲਗੇ ਫਲ ਫੂਲਾ। ਤਲੈ ਰੇ ਬੈਸਾ, ਹੁਣ ਜਿਹੜੀਆਂ ਤੇ ਟਹਿਣੀਆਂ ਸਨ ਉਹ ਤੇ ਥੱਲੇ ਹੋ ਗਈਆਂ, ਤੇ ਜਿਹੜਾ ਮੂਲ ਸੀ ਉਹ ਉੱਪਰ ਚਲਾ ਗਿਆ। ਇਹਨੂੰ ਅਸੀਂ ਕਹਿੰਦੇ ਹਾਂ ਹੇਠਲੀ ਉੱਤੇ ਆ ਜਾਣੀ, ਜ਼ਮੀਨ ਅਸਮਾਨ ਦਾ ਫਰਕ ਪੈ ਜਾਣਾ। ਇਹ ਆਮ ਅਸੀਂ ਮੁਹਾਵਰਾ ਵਰਤਦੇ। ਤਲੈ ਰੇ ਬੈਸਾ ਉੱਪਰ ਸੂਲਾ, ਤਿਸ ਕੈ ਪੇੜ ਲਗੇ ਫਲ ਫੂਲਾ। ਹੁਣ ਉਸ ਸਰੀਰ ਰੂਪੀ ਤਨ ਉੱਤੇ ਫਿਰ ਉਹ ਪ੍ਰਫੁੱਲਤ ਹੋ ਗਈ। ਉਹੋ ਜਿਹੀਆਂ ਆਦਤਾਂ, ਉਹੋ ਜਿਹਾ ਸੁਭਾਅ, ਉਹੋ ਜਿਹੀ ਬੋਲ ਬਾਣੀ, ਉਹੋ ਜਿਹੇ ਗੱਲ ਪੈ। ਸਾਧ ਸੰਗਤ, ਮੈਨੂੰ ਐਸਾ ਪ੍ਰਤੀਤ ਹੁੰਦਾ ਕਿ ਭਗਤ ਕਬੀਰ ਜੀ ਦੇ ਇਹ ਬੋਲ ਬੁਝਾਰਤਾਂ ਵਰਗੇ। ਪਹਿਲੇ ਸਮਿਆਂ ਵਿੱਚ ਸਾਡੇ ਘਰਾਂ ਵਿੱਚ ਸਿਆਣੇ ਸਿਆਣੇ ਬੰਦੇ ਬੁਝਾਰਤਾਂ ਪਾਉਂਦੇ ਸਨ, ਤੇ ਫਿਰ ਕਹਿੰਦੇ ਬੁੱਝੋ ਭਾਈ ਇਸ ਨੂੰ। ਜਿਹੜਾ ਬੁੱਝ ਲੈਂਦਾ ਸੀ ਉਹਨੂੰ ਆਂਦੇ ਬੜਾ ਸਿਆਣਾ ਹੈ ਭਾਈ। ਪਰ ਆਮ ਬੰਦਿਆਂ ਨੂੰ ਉਹ ਬੁਝਾਰਤ ਸਮਝ ਨਹੀਂ ਸੀ ਆਉਂਦੀ। ਸੱਚਮੁੱਚ ਭਗਤ ਕਬੀਰ ਜੀ ਦੇ ਇਹ ਜਿਤਨੇ ਬੋਲ ਹਨ, ਇੱਕ ਬੁਝਾਰਤ ਵਰਗੇ ਹਨ। ਛੇਤੀ ਕੀਤਿਆਂ ਸਾਨੂੰ ਸਮਝ ਨਹੀਂ ਆਉਂਦੀ, ਪਰ ਇਸ ਬੁਝਾਰਤ ਨੂੰ ਸਮਝਣ ਦਾ ਇੱਕੋ ਇੱਕ ਤਰੀਕਾ ਕਿ ਪਰਮਾਤਮਾ ਦਾ ਸਿਮਰਨ ਕਰੋ। ਫਿਰ ਆਖਿਆ ਘੋਰੈ ਚਰ ਭੈਸ ਚਰਾਵਨ ਜਾਈ। ਹੁਣ ਉਹੀ ਮਨ ਜਿਹੜਾ ਉਹ ਘੋੜੇ ਤੇ ਚੜ੍ਹ ਕੇ, ਭਾਵ ਵਾਸ਼ਨਾਵਾਂ ਦੇ ਅਧੀਨ ਹੋ ਕੇ, ਇਹਨਾਂ ਇੰਦਰੀਆਂ ਰੂਪੀ ਭੈਂਸਾਂ ਨੂੰ ਚਰਾਉਣ ਜਾਂਦਾ ਹੈ। ਇਹਨਾਂ ਨੂੰ ਖੁਸ਼ ਕਰਦਾ, ਇਹਨਾਂ ਨੂੰ ਪ੍ਰਸੰਨ ਕਰਨ ਲਈ ਇਹਨਾਂ ਦੀ ਮਰਜ਼ੀ ਮੁਤਾਬਕ ਚੱਲ। ਬਾਹਰ ਬੈਲ ਗੋਨ ਘਰ ਆਈ। ਜਿਹੜੀ ਅਸਲ ਚੀਜ਼ ਸੀ ਉਹ ਤੇ ਹੁਣ ਮਾਨੋ ਬਾਹਰ ਜੰਗਲ ਛੱਡਿਆ, ਤੇ ਗੋਨ ਕਹਿੰਦੇ ਨੇ ਛੱਟ ਨੂੰ, ਜਿਹੜੀ ਬੈਲ ਉੱਤੇ ਪਾਈ ਹੁੰਦੀ, ਤ੍ਰਿਸ਼ਨਾ ਰੂਪੀ ਛਟਕਾਰਾ। ਅਖੀਰ ਵਿੱਚ ਭਗਤ ਜੀ ਕਹਿੰਦੇ ਨੇ ਭਾਈ ਇਹ ਗੱਲ ਛੇਤੀ ਕੀਤਿਆਂ ਸਮਝ ਵਿੱਚ ਨਹੀਂ ਆਉਂਦੀ। ਸਮਝ ਵਿੱਚ ਕਦੋਂ ਆਉਂਦੀ ਹੈ? ਕਹਿਤ ਕਬੀਰ ਜੋ ਇਸ ਪਦ ਬੂਝੈ,
ਰਾਮ ਰਮਤ ਤਿਸ ਸਭ ਕਿਛ ਸੂਝੈ। ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਉਹਨੂੰ ਸਭ ਕੁਝ ਸੁੱਝ ਜਾਂਦਾ, ਸਮਝ ਆ ਜਾਂਦੀ, ਸੋਝੀ ਆ ਜਾਂਦੀ। ਕਿਉਂਕਿ ਪਰਮਾਤਮਾ ਦੇ ਸਿਮਰਨ ਕਰਨ ਨਾਲ ਇਹ ਫਿਰ ਆਪਣੇ ਅਸਲੇ ਨਾਲ ਆ ਜਾਂਦਾ। ਇਸੇ ਦੀ ਬਾਣੀ ਗੁਰੂ ਜੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਤੋ ਜਦੋਂ ਇਹ ਪਰਮਾਤਮਾ ਦਾ ਸਿਮਰਨ ਕਰਦਾ, ਗੁਰੂ ਦੀ ਮੱਤ ਅਨੁਸਾਰ ਚੱਲਦਾ, ਫਿਰ ਇਹਨੂੰ ਸਮਝ ਆ ਜਾਂਦੀ, ਓਹੋ ਮੇਰਾ ਅਸਲਾ ਕੀ ਹੈ, ਮੈਂ ਕਰ ਕੀ ਰਿਹਾ। ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤੇ ਸਭ ਕੁਝ ਸੂਝੈ। ਆਓ ਸਤਸੰਗਤ ਕਰੀਏ, ਗੁਰੂ ਦੀ ਬਾਣੀ ਨਾਲ ਜੁੜੀਏ, ਵਿਚਾਰ ਕਰੀਏ, ਫਿਰ ਸਾਨੂੰ ਆਪਣੀ ਅਸਲੀਅਤ ਦਾ ਪਤਾ ਲੱਗੇਗਾ। ਜਦੋਂ ਅਸੀਂ ਅਸਲੀਅਤ ਨਾਲ ਜੁੜ ਗਏ, ਫਿਰ ਇਹ ਸਾਰੀਆਂ ਗੱਲਾਂ ਭਗਤ ਜੀ ਦੀਆਂ ਸਮਝ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।